ਹਾਜ਼ਰੀਨ ਮੌਜੂਦ ਸਾਡੀ ਜਿਹੜੀ ਅਗਲੀ ਇਸ ਮਾਸਟਰ ਕੇਡਰ ਦੀ ਆਨਲਾਈਨ ਕਲਾਸ ਦੀ ਇਸ ਸ਼੍ਰੰਖਲਾ ਦੇ ਵਿੱਚ ਅਸੀਂ ਉਸ ਤੋਂ ਅੱਗੇ ਜਿਹੜੇ ਪਹਿਲਾਂ ਤੁਹਾਨੂੰ ਕੁਝ ਕੁਐਸਚਨ ਹੱਲ ਕਰਵਾਏ ਸੀਗੇ ਤੋ ਉਸ ਤੋਂ ਅੱਗੇ ਅੱਜ ਅਸੀਂ ਕੰਟੀਨਿਊ ਕਰਾਂਗੇ। ਤੋ ਸਾਡਾ ਜਿਹੜਾ ਅਗਲਾ ਕੁਐਸਚਨ ਹੈਗਾ ਵਾ ਉਹ ਹੈ ਕਿ ਲੱਕੜ ਦੇ ਸੰਦ ਬਣਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ। ਜੋ ਲੱਕੜ ਦੇ ਸੰਦ ਬਣਾਉਂਦਾ ਹੈਗਾ ਉਹਨੂੰ ਕੀ ਕਹਿੰਦੇ ਨੇ। ਸਾਡੇ ਕੋਲ ਇੱਥੇ 4 ਆਪਸ਼ਨ ਨੇ। ਇਹ ਬੜਾ ਸਿੱਧਾ ਜਿਹਾ ਸਵਾਲ ਹੈਗਾ, ਬੜਾ ਸਪਸ਼ਟ ਜਿਹਾ ਸਵਾਲ ਹੈ। ਤਕਰੀਬਨ ਤੋਂ ਤਕਰੀਬਨ ਮੈਨੂੰ ਪਤਾ ਕਿ 90% ਬੱਚਿਆਂ ਨੂੰ ਪਤਾ ਹੁੰਦਾ ਹੋਵੇਗਾ ਇਸ ਕੁਐਸਚਨ ਦਾ, ਪਰ ਥੋੜ੍ਹਾ ਜਿਹਾ ਮੈਂ ਐਕਸਪਲੇਨ ਕਰ ਦਿਆਂ ਇਹਨੂੰ ਕਹਿੰਦੇ ਨੇ ਜੀ ਤਰਖਾਣ, ਜੋ ਲੱਕੜ ਦੇ ਸੰਦ ਬਣਾਉਂਦਾ ਹੈਗਾ। ਸਾਡਾ ਪਹਿਲਾ ਆਪਸ਼ਨ ਜਿਹੜਾ ਹੈਗਾ ਉਹ ਇਹ ਆਏਗਾ। ਤੋ ਥੋੜ੍ਹਾ ਜਿਹਾ ਮੈਂ ਇਹਨਾਂ ਦੇ ਨਾਵਾਂ ਦੇ ਸੰਦਰਭ ਦੇ ਵਿੱਚ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਆਂ। ਤਰਖਾਣ ਜਿਹੜਾ ਹੈਗਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈਗਾ, ਜਿਹੜਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਤਕਸ਼ਣਾ ਜੋ ਚੀਜ਼ ਨੂੰ ਤਛਦਾ ਹੈ, ਛਿਲਦਾ ਹੈ, ਕੱਟਦਾ ਹੈ, ਵੱਢਦਾ ਹੈ, ਉਹਨੂੰ ਤਕਸ਼ਣਾ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ। ਤੇ ਸਾਡੀ ਪੰਜਾਬੀ ਸੰਸਕ੍ਰਿਤ ਦੇ ਬੜੀ ਨਜ਼ਦੀਕ ਦੀ ਭਾਸ਼ਾ ਹੈਗੀ ਆ। ਤੋ ਇਸ ਕਰਕੇ ਜੋ ਤਕਸ਼ਣਾ ਮੂਲ ਸ਼ਬਦ ਤਕਸ਼ਣਾ ਤੋਂ ਤਰਖਾਣ ਪੰਜਾਬੀ ਦੇ ਵਿੱਚ ਜਿਹੜਾ ਹੈਗਾ ਉਹ ਕਨਵਰਟ ਹੋ ਗਿਆ, ਪੰਜਾਬੀ ਦੇ ਵਿੱਚ ਬਣ ਗਿਆ। ਤੋ ਉਸ ਦਾ ਜਿਹੜਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈਗਾ ਹੈ ਕਿ ਤਕਸ਼ਣਾ ਜੋ ਚੀਜ਼ ਨੂੰ ਤਛਦਾ ਹੈ, ਤਕਸ਼ਣਾ ਜੋ ਤਛਦਾ ਹੈ, ਤਛਦਾ ਹੈ, ਛਿਲਦਾ ਹੈ, ਉਹ ਕੀ ਹੈਗਾ ਤਰਖਾਣ ਹੈ। ਤੋ ਉਸ ਤੋਂ ਜਿਹੜਾ ਹੈਗਾ ਪੰਜਾਬੀ ਵਿੱਚ ਤਰਖਾਣ ਬਣ ਗਿਆ। ਇਸ ਕਰਕੇ ਜਿਹੜਾ ਹੈਗਾ ਜਿਸ ਦਾ ਲੱਕੜ ਦੇ ਸੰਦ ਬਣਾਉਂਦਾ। ਤੋ ਘੁਮਿਆਰ ਹੈਗਾ, ਜਿਹੜਾ ਘੁਮਿਆਰ ਦਾ ਸੰਬੰਧ ਘੁੰਮਣ ਵਾਲੇ ਚੱਕ ਦੇ ਨਾਲ ਹੈਗਾ। ਘੁਮਿਆਰ ਕੀ ਹੈ, ਜੋ ਮਿੱਟੀ ਦੇ ਬਰਤਨ ਬਣਾਉਂਦਾ ਹੈਗਾ, ਉਹਦਾ ਸੰਬੰਧ ਹੈਗਾ ਘੁੰਮਣ ਵਾਲੇ ਚੱਕ ਦੇ ਨਾਲ। ਤੋ ਘੁੰਮਣ ਵਾਲੇ ਉਸ ਘੁੰਮਦਾਰ ਚੱਕ ਤੋਂ ਹੀ ਇਹਦਾ ਜਿਹੜਾ ਨਾਮ ਹੈਗਾ ਉਹ ਘੁਮਿਆਰ ਪਿਆ ਹੈਗਾ, ਜੋ ਮਿੱਟੀ ਦੇ ਬਰਤਨ ਬਣਾਉਂਦਾ, ਚੱਕ ਦੇ ਉੱਪਰ ਕੰਮ ਕਰਦਾ ਹੈ, ਬਰਤਨ ਬਣਾਉਂਦਾ ਜਾਂ ਹੋਰ ਵੀ ਦੀਵੇ ਬਣਾਉਂਦਾ ਹੈਗਾ ਜਾਂ ਹੋਰ ਚੀਜ਼ਾਂ ਬਣਾਉਂਦਾ ਹੈਗਾ। ਤੋ ਹੈਗਾ ਜੋ ਮਿੱਟੀ ਦਾ ਕੰਮ ਕਰਦਾ ਉਹ ਘੁਮਿਆਰ ਹੈਗਾ। ਤੋ ਠਠਿਆਰ ਹੈਗਾ, ਜਿਹੜਾ ਠਠਿਆਰ ਕੀ ਕਰਦਾ ਹੁੰਦਾ, ਜਿਹੜਾ ਲੋਹੇ ਦੇ ਬਰਤਨ ਬਣਾਵੇ, ਲੋਹੇ ਜਾਂ ਹੋਰ ਧਾਤਾਂ ਦੇ ਜੋ ਬਰਤਨ ਬਣਾਉਂਦਾ ਹੈ, ਹੋਰ ਧਾਤੂਆਂ ਦੇ ਬਰਤਨ ਬਣਾਉਂਦਾ ਹੈ, ਦੇ ਬਰਤਨਾਂ ਦਾ ਨਿਰਮਾਣ ਕਰੇ, ਉਹਨੂੰ ਕੀ ਕਹਿੰਦੇ ਨੇ ਠਠਿਆਰ। ਮੂਲ ਰੂਪ ਦੇ ਵਿੱਚ ਪਹਿਲਾਂ ਜਿਵੇਂ ਸਰਬਲੋਹ ਦੇ ਬਰਤਨ ਬਣਦੇ ਹੁੰਦੇ ਸੀਗੇ, ਅੱਜ ਵੀ ਬਣਦੇ ਨੇ। ਮੁਹਾਲੀ ਦੇ ਕੋਲ ਹੈਗਾ ਵਾ ਇੱਕ ਪਿੰਡ ਹੈ, ਮੇਰੇ ਸਕਿਪ ਹੋ ਗਿਆ ਮਾਈਂਡ ਦੇ ਵਿੱਚ, ਉੱਥੇ ਇੱਕ ਬਰਤਨ ਬਣਦੇ ਨੇ ਸਰਬਲੋਹ ਦੇ। ਤੇ ਉਹ ਠਠਿਆਰ ਨੇ, ਉਹਨਾਂ ਨੂੰ ਜਿਹੜੇ ਹੈਗੇ ਨੇ ਲੋਹੇ ਦੇ ਬਰਤਨਾਂ ਨੂੰ ਸ਼ੇਪ ਦਿੰਦੇ ਨੇ, ਕੁੱਟ ਕੇ ਬਰਤਨ ਬਣਾਉਂਦੇ ਨੇ। ਤੋ ਇਵੇਂ ਪਿੱਤਲ ਦੇ ਜਾਂ ਫਿਰ ਅਲਮੀਨੀਅਮ ਦੇ ਜੋ ਹੱਥਾਂ ਨਾਲ ਆਪਣਾ ਜਿਹੜਾ ਸੀਗਾ ਹੁੰਦੇ ਸੀਗੇ ਬਣਾਉਣ ਵਾਲੇ। ਹੁਣ ਤੇ ਖਰਾਦਾਂ ਦੇ ਉੱਪਰ ਬਰਤਨ ਬਣਦੇ ਨੇ ਲੋਹੇ ਦੇ, ਜਾਂ ਹੋਰ ਜੋ ਹੱਥਾਂ ਨਾਲ ਬਰਤਨ ਬਣਾਉਂਦੇ ਹੁੰਦੇ ਸੀ ਥੌੜੇ ਦੀ ਮਦਦ ਨਾਲ ਕੁੱਟ ਕੇ, ਉਹਨਾਂ ਨੂੰ ਠਠਿਆਰ ਕਿਹਾ ਜਾਂਦਾ ਸੀਗਾ। ਤੋ ਅਗਲਾ ਹੈਗਾ ਜਿਹੜਾ ਲੋਹਾਰ ਕੀ ਹੁੰਦਾ ਸੀ, ਜੋ ਲੋਹੇ ਦੇ ਕੰਮ ਨਾਲ ਸੰਬੰਧਿਤ ਹੁੰਦਾ ਸੀਗਾ। ਜਿਵੇਂ ਲੋਹੇ ਦੇ ਸੰਦ ਬਣਾਉਂਦੇ ਹੁੰਦੇ ਸੀ, ਜਿਵੇਂ ਲੋਹੇ ਦੇ ਹਲ ਹੁੰਦੇ ਸੀਗੇ, ਜਾਂ ਫਿਰ ਲੋਹੇ ਦਾ ਹੋਰ ਲੋਹੇ ਦੇ ਔਜ਼ਾਰ ਉਹੋ ਜਿਹੇ ਸੰਦ ਹੁੰਦੇ ਸੀ, ਤਲਵਾਰਾਂ ਹੁੰਦੀਆਂ ਸੀ, ਬਰਛੇ ਹੁੰਦੇ ਸੀ। ਤੋ ਜੋ ਉਹਨਾਂ ਨੂੰ ਬਣਾਉਣ ਵਾਲੇ ਕਾਰੀਗਰ ਹੁੰਦੇ ਸੀਗੇ, ਉਹਨਾਂ ਨੂੰ ਲੋਹਾਰ ਕਿਹਾ ਜਾਂਦਾ ਸੀ, ਜਿਨ੍ਹਾਂ ਦਾ ਕਸਬ ਲੋਹਾ ਹੁੰਦਾ ਸੀਗਾ। ਲੋਹੇ ਨਾਲ ਜਾਂ ਸੰਬੰਧਿਤ ਕਸਬ ਕਰਨ ਵਾਲੇ ਬੰਦੇ ਹੁੰਦੇ ਸੀਗੇ, ਉਹਨਾਂ ਨੂੰ ਲੋਹਾਰ ਕਹਿੰਦੇ ਸੀਗੇ। ਤੋ ਨੈਕਸਟ ਸਾਡਾ ਹੈਗਾ ਨਿੰਦਾ ਦਾ ਵਿਰੋਧੀ ਅਰਥ ਉਹਨਾਂ ਨੇ ਪੁੱਛਿਆ ਸ਼ਬਦ ਕੀ ਹੈਗਾ। ਜੇ ਨਿੰਦਾ ਦੇ ਵਿਰੋਧ ਦੇ ਵਿੱਚ ਅਸੀਂ ਗੱਲ ਕਰਨੀ ਹੋਵੇ ਤਾਂ ਨਿੰਦਾ ਕੀ ਹੈਗਾ, ਉਹਦਾ ਵਿਰੋਧੀ ਸ਼ਬਦ ਹੈ। ਤੋ ਕੀ ਹੈਗਾ ਇੱਥੇ ਅਸੀਂ ਬਹੁਤ ਸਾਰੇ ਬੱਚੇ ਮੈਂ ਇਹੋ ਜਿਹੇ ਵੇਖੇ ਨੇ, ਤਕਰੀਬਨ ਕਲਾਸ ਦੇ ਵਿੱਚ ਵੀ ਪੜ੍ਹਾਉਂਦੇ, ਜੋ ਇਹੋ ਜਿਹਾ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਫੱਟਦੇ ਨੇ, ਦੱਸ ਦਿੰਦੇ ਨੇ ਉੱਤਰ ਜੀ ਨਿੰਦਾ ਦਾ ਵਿਰੋਧੀ ਅਰਥ ਚੁਗਲੀ। ਨਹੀਂ, ਚੁਗਲੀ ਨਹੀਂ ਹੈਗਾ, ਤੁਸੀਂ ਟਪਲਾ ਨਹੀਂ ਇੱਥੇ ਖਾਣਾ ਹੈਗਾ, ਕਿਉਂਕਿ ਚੁਗਲੀ ਇਹਦਾ ਪਰਿਆਏ ਸ਼ਬਦ ਹੈ। ਨਿੰਦਾ ਦਾ ਕੀ ਹੈਗਾ, ਪਰਿਆਏ ਸ਼ਬਦ ਚੁਗਲੀ। ਭਾਵ ਕੀ ਆ, ਸਮਾਨਾਰਥਕ ਸ਼ਬਦ ਹੈਗਾ ਨਿੰਦਾ ਦਾ। ਨਿੰਦਾ ਤੇ ਚੁਗਲੀ ਦੋਨੇ ਇੱਕ ਸਿੱਕੇ ਦੇ 2 ਪਹਿਲੂ ਨੇ। ਤੋ ਇਸ ਕਰਕੇ ਜਿਹੜਾ ਹੈਗਾ ਇਹ ਪਰਿਆਏ ਹੈ। ਤੋ ਚੁਗਲੀ ਇੱਥੇ ਜਿਹੜਾ ਹੈਗਾ ਉਹ ਸਾਡਾ ਆਨਸਰ ਨਹੀਂ ਆਉਣਾ। ਸਾਥੋਂ ਨੇ ਪੁੱਛਿਆ ਵੀ ਵਿਰੋਧੀ ਕੀ ਹੈਗਾ, ਜਿਵੇਂ ਦਿਨ ਤੋਂ ਰਾਤ, ਕਾਲਾ ਤੋਂ ਚਿੱਟਾ ਜਾਂ ਸਫੈਦ, ਜੋ ਵੀ ਤੁਸੀਂ ਬੋਲਦੇ ਹੋ, ਉਚਾਰਨ ਦੀ ਵੱਖਰਤਾ ਤੁਹਾਡੀ। ਤੋ ਇਹ ਵਿਰੋਧੀ ਸ਼ਬਦ ਨੇ ਇੱਕ ਦੂਜੇ ਦੇ। ਤਾਂ ਫਿਰ ਨਿੰਦਾ ਦਾ ਕਿਹੜਾ ਆਊਗਾ ਇੱਥੇ? ਇੱਕ ਨਿੰਦਾ ਹੁੰਦਾ ਕਿਸੇ ਦੀ ਨਿੰਦਿਆ ਕਰਨੀ, ਭੰਡੀ ਕਰਨੀ ਕਿਸੇ ਦੀ, ਕਿਸੇ ਨੂੰ ਮਾੜੇ ਬਚਨ ਕਹਿਣੇ।
तो जो असीं विरोध दे विच इहदे कवांगे तो फिर किसी की शलाघा ही करांगे ना, शलाघा करनी, किसी का जस गायन करना, तो उन्होंने असीं की कवांगे, उस्तत। तो फिर जिहड़ा निंदा का जिहड़ा विरोधी शब्द की आएगा, साडा आंसर सही की होएगा, उस्तत ही आएगा, किसी की उस्तत करनी। कोसना जां चुटकला ये नहीं आउणगे, ये तो वक्रे शब्द ने, इन्हां नालों अलग ने। तो इस करके जिहड़ा साडा सही आंसर आएगा वो उस्तत आएगी। इत्थे किसी की शलाघा करनी जां जस गायन करना। प्रेत कथावां विच भूतां प्रेतां तो बचा लई वरते जांदे हन। तो इत्थे साडे कोले 4 ऑप्शन ने। हुण देखो, जो भूत प्रेत ने वो असाधारण पावर हैगी आ, वो डिवाइन पावर ने, वो एबनॉर्मल ने, वो असाधारण ने, वो पैरानॉर्मल एक्टिविटीज़ दे नाल संबंधित ने। इस करके बंदूकां उन्हां जो चीज़ दिखदी नहीं बंदूकां उन्हां नूं की मार देणगीਆਂ, क्योंकि ये तो जड़ पदार्थां वास्ते हैगीਆਂ ना। तो इस करके साडा आंसर ना तो बंदूक आएगा जी, ना तलवार आएगा, तो ना ही जशीले बोल आउणगे। साडा सही ऑप्शन की आएगा, मंत्र। ये मंत्र जंतर मंत्रां दे द्वारा, मंत्रां दी सिद्धि दे द्वारा भूतां प्रेतां तो बचाव वास्ते जिहड़ा सीगा अपना अनुष्ठान किया जाता सीगा। तो साडा आंसर जिहड़ा इत्थे आएगा वो डी आएगा, मंत्र होया करदे सन भूतां प्रेतां तो बचाव वास्ते। अगे आ, छपार दा मेला किस इलाके नाल संबंधित है। मूल रूप दे विच जिहड़ा छपार हैगा, छपार एक पिंड दा नाम है। की हैगा? पिंड दा नाम। ये हैगा डिस्ट्रिक्ट लुधियाना दे विच। इहनूं जिला किहड़ा पैंदा हैगा? जिला लुधियाना। लुधियाना। और नेड़े हैगा मंडी अहमदगढ़। अहमदगढ़ उत्थे छपार एक पिंड है। की हैगा वा? पिंड छपार। तो छपार दे विच जिहड़ा मेला लगदा है भादों एकादशी नूं, भादों एकादशी नूं, एकादशी भाव भादों दी, भादों वदी दी 11वीं तिथि नूं मेला लगदा हैगा गुग्गे पीर दा। किहदा मेला लगदा हैगा? गुग्गे पीर दा मेला। गुग्गे पीर दा जिहड़ा मेला लगदा हैगा इत्थे, और इस पिंड दे विच मेला गुग्गे पीर दा मनाया जांदा। बड़ा पुराना ते मशहूर मेला हैगा, तो तां करके इहनूं छपार दा मेला कहा जांदा। और उहने इलाका पुछया साडे कोल इत्थे। हुण सानूं ये पता हैगा कि जिला जिहड़ा लुधियाना हैगा वो किहड़ी रेंज अपनी रेंज दे विच आउंदा हैगा? मलवई रेंज दे विच। उहदी जिहड़ी डिवीजन किहड़ी हैगी आ? मलवई हैगी आ। तो इस करके इहदा संबंध जिहड़ा हैगा वो मालवे नाल आएगा। इत्थे साडा आंसर जिहड़ा आएगा वो डी आएगा आंसर साडा। नैक्सट है पंजाब दीयां लोक खेडां। हुण इत्थे साडे कोले 4 ऑप्शन दिते गए ने। लोक खेडां वो हुंदियां जिहदे विच किसी खास साजो समान की कोई जरूरत नहीं हुंदी, कोई खास तुहानूं किसी किट की जरूरत नहीं, खास तुहानूं तुहाडे कोई कास्टूम वियर करन दी, कोई कपड़े पाउण दी, उहो जे बूट पाउण दी, कोई उहो जी चीज़ां की जरूरत नहीं हुंदी। तुसीं जो जिवें मर्जी खेड सकदे हो, जिवें ज्यों दा त्यों लग जाओ उठ के खेडण, कोई चक्कर नहीं हैगा। उन्हां नूं लोक खेडां कहिंदे ने, जो परंपरा के रूप दे विच पीढ़ी दर पीढ़ी तुरीआं आ रहीआं ने, और तुहाडे वड्डे वडेरिਆਂ कोलों, तुहाडे समाज कोलों तुहानूं ओह प्राप्त होईआं हैगीआं ने। उन्हां नूं लोक खेडां आखिया जांदा है। साडे कोल इत्थे 4 ऑप्शनां ने। ਇਹਦੇ ਵਿੱਚੋਂ ਕਹਿੰਦਾ ਹੈ ਕੁਸ਼ਤੀ, ਗੁੱਲੀ ਡੰਡਾ ਜਾਂ ਹਾਕੀ। ਹੁਣ ਆ ਪਹਿਲਾਂ ਤਾਂ ਠੀਕ ਨੇ 2, ਪਰ ਹਾਕੀ ਜਿਹੜੀ ਹੈਗੀ ਉਹ ਲੋਕ ਖੇਡ ਨਹੀਂ ਹੈਗੀ। ਇਸ ਕਰਕੇ ਸਾਡਾ ਇਹ ਆਨਸਰ ਜਿਹੜਾ ਹੈਗਾ ਉਹ ਗਲਤ ਹੈ। ਫਿਰ ਉਸ ਤੋਂ ਬਾਅਦ ਦੇ ਵਿੱਚੋਂ ਕਹਿੰਦਾ ਹੈਗਾ ਕਬੱਡੀ, ਖੁੱਦੋ ਖੁੰਡੀ, ਅੱਡੀ ਟੱਪਾ, ਸਾਂਝੀ ਪੱਤੀ, ਫੁੱਟਬਾਲ, ਲੁਕਣ ਮਿੱਟੀ, ਥਾਲ, ਭੰਡਾ ਭੰਡਾਰੀਆ, ਵਾਲੀਬਾਲ। ਹੁਣ ਇਹਨਾਂ ਦੇ ਵਿੱਚੋਂ ਜਿਹੜੀਆਂ ਆਹ ਖੇਡਾਂ ਆ ਜਾਂਦੀਆਂ ਨੇ, ਔਰ ਆਹ ਖੇਡ ਹੈਗੀ ਆ, ਇਸ ਕਰਕੇ ਜਿਹੜੇ ਹੈਗੇ ਇਹ ਥੱਲੇ ਵਾਲਾ C ਤੇ D ਵੀ ਸਾਡੇ ਸਹੀ ਆਨਸਰ ਦੀ ਸ਼੍ਰੰਖਲਾ ਦੇ ਵਿੱਚ ਨਹੀਂ ਆਉਂਦਾ ਗਾ। ਸਾਡਾ ਸਹੀ ਆਨਸਰ ਕਿਹੜਾ ਆਊਗਾ? B ਆਊਗਾ ਜੀ। ਇੱਥੇ ਕਬੱਡੀ ਵੀ ਲੋਕ ਖੇਡ ਹੈ, ਖੁੱਦੋ ਖੁੰਡੀ ਵੀ ਲੋਕ ਖੇਡ ਹੈ। ਖੁੱਦੋ ਖੁੰਡੀ ਤੁਹਾਡੀ ਹਾਕੀ ਨਹੀਂ ਹੈਗੀ, ਇਹ
ਇਹ ਕੀ ਹੈ, ਬੱਚਿਆਂ ਦੇ ਦੁਆਰਾ ਖੇਡੀ ਜਾਣ ਵਾਲੀ ਇੱਕ ਆਮ ਪਰੰਪਰਾਇਕ ਖੇਡ ਹੈਗੀ ਆ। ਤੇ ਅੱਡੀ ਟੱਪਾ ਵੀ ਜਿਹੜੀ ਹੈਗੀ ਆ ਬੱਚੇ ਖੇਡਦੇ ਨੇ, ਇੱਕ ਵਲ ਕੇ ਇੱਕ ਪ੍ਰਕਾਰ ਦਾ ਥੱਲੇ ਵਗੜ ਲੈਂਦੀਆਂ ਨੇ ਕੁੜੀਆਂ, ਔਰ ਡੀਟੀ ਖੇਡ ਨਾਲ ਉਹਦੇ ਨਾਲ ਖੇਡਦੀਆਂ ਨੇ ਸਿੱਟ ਕੇ ਉਹਦੇ ਵਿੱਚ। ਕੋਈ ਖਾਸ ਸਾਜੋ ਸਮਾਨ ਦੀ ਇਹਨਾਂ ਤਿੰਨਾਂ ਖੇਡਾਂ ਦੇ ਵਾਸਤੇ ਜ਼ਰੂਰਤ ਨਹੀਂ ਹੁੰਦੀ ਹੈਗੀ। ਤੋ ਇਸ ਕਰਕੇ ਜਿਹੜਾ ਸਾਡਾ ਸਹੀ ਆਨਸਰ ਹੈਗਾ ਉਹ ਸਾਡਾ ਬੀ ਆਨਸਰ ਸਹੀ ਆਏਗਾ, ਕਬੱਡੀ, ਖਿੱਦੋ ਖੂੰਡੀ ਤੇ ਅੱਡੀ ਟੱਪਾ। ਨੈਕਸਟ ਸਾਡੇ ਕੋਲੇ ਆ ਗਿਆ ਬਾਗ ਕੀ ਹੈ। ਉਹ ਪੁੱਛਦਾ ਹੈ ਕਿ ਬਾਗ ਕੀ ਹੈ। ਤੋ 4 ਆਪਸ਼ਨਾਂ ਨੇ ਸਾਡੇ ਕੋਲ। ਹੁਣ ਫੁੱਲਾਂ ਦਾ ਬਾਗ, ਦੀਵਾਰ ਉੱਤੇ ਕਸੀਦਾਕਾਰੀ, ਗਹਿਣਿਆਂ ਦੀ ਕਢਾਈ, ਕਢਾਈ ਵਾਲਾ ਸਿਰ ਦਾ ਕੱਪੜਾ। ਹੁਣ ਇੱਥੇ ਸਾਨੂੰ ਥੋੜ੍ਹਾ ਜਿਹਾ ਧਿਆਨ ਹਿੱਤ ਜਿਹੜਾ ਹੈਗਾ ਦੇਖਣ ਦੀ ਲੋੜ ਹੈ, ਕਿਉਂਕਿ ਸਾਡੇ ਕੋਲੋਂ ਉਹਨੇ ਜਿਹੜਾ ਹੈਗਾ ਹੈ ਪੁੱਛਿਆ ਹੈਗਾ ਕਿ ਲੋਕਧਾਰਾ ਨਾਲ ਸੰਬੰਧਿਤ, ਸੱਭਿਆਚਾਰ ਨਾਲ ਸੰਬੰਧਿਤ ਕੁਐਸਚਨ ਹੈਗਾ। ਤੋ ਇਹਨਾਂ ਦੇ ਜਿਹੜਾ ਸੰਬੰਧ ਹੈਗਾ ਵਾ ਫੁੱਲਾਂ ਦਾ ਬਾਗ ਤੇ ਲੋਕਧਾਰਾ ਦੇ ਵਿੱਚ ਕੋਈ ਗੱਲ ਹੀ ਨਹੀਂ ਬਣਦੀ ਹੈਗੀ ਇਹਦੀ। ਪਹਿਲੀ ਗੱਲ ਤੇ ਸਾਡੇ ਸੱਭਿਆਚਾਰ ਨਾਲ ਫੁੱਲਾਂ ਦੇ ਬਾਗ ਦਾ ਲੈਣ ਦੇਣ ਕੋਈ ਨਹੀਂ ਹੈਗਾ। ਤੋ ਨੈਕਸਟ ਜਿਹੜਾ ਹੈਗਾ ਦੀਵਾਰ ਉੱਤੇ ਕਸੀਦਾਕਾਰੀ। ਦੀਵਾਰ ਉੱਤੇ ਕਦੇ ਕਸੀਦਾਕਾਰੀ ਹੁੰਦੀ ਨਹੀਂ ਹੁੰਦੀਗੀ, ਦੀਵਾਰ ਤੇ ਕਸੀਦਾਕਾਰੀ ਨਹੀਂ ਹੁੰਦੀ, ਕਸੀਦਾਕਾਰੀ ਕੱਪੜੇ ਤੇ ਹੁੰਦੀ ਹੈਗੀ ਆ। ਇਸ ਕਰਕੇ ਇਹ ਸਵਾਲ ਹੀ ਗਲਤ ਲਿਖਿਆ ਹੋਇਆ ਉਹਨੇ, ਦੀਵਾਰ ਤੇ ਕਸੀਦਾਕਾਰੀ ਕਿਵੇਂ ਹੋਊਗੀ, ਇਸ ਕਰਕੇ ਇਹ ਵੀ ਗਲਤ ਆ। ਫਿਰ ਕਹਿੰਦਾ ਜੀ ਗਹਿਣਿਆਂ ਤੇ ਕਢਾਈ। ਹੁਣ ਗਹਿਣਿਆਂ ਦੇ ਉੱਪਰ ਕਢਾਈ ਥੋੜੀ ਹੁੰਦੀ ਹੈ, ਗਹਿਣਿਆਂ ਤੇ ਖੁਣਾਈ ਹੁੰਦੀ ਹੈਗੀ ਆ। ਖੁਣਦਾ ਹੈਗਾ ਸੁਨਿਆਰ ਜਿਹੜੇ ਗਹਿਣਿਆਂ ਦੇ ਉੱਤੇ ਮੂਰਤਾਂ ਨੂੰ, ਚੀਜ਼ਾਂ ਨੂੰ। ਤੋ ਇਸ ਕਰਕੇ ਹਾਂ, ਜੇ ਉਹ ਇਹ ਜ਼ਰੂਰ ਹੋ ਸਕਦਾ ਸੀ ਟਪਲਾ ਲਾਊ ਕੁਐਸਚਨ, ਜੇ ਉਹ ਕਹਿ ਦਿੰਦਾ ਕਿ ਗਹਿਣਿਆਂ ਉੱਪਰ ਖੁਦਾਈ। ਤੋ ਗਹਿਣਿਆਂ ਤੇ ਜੇ ਖੁਦਾਈ ਦੀ ਗੱਲ ਕਰਦੀ ਫਿਰ ਸਾਨੂੰ ਕਿਤੇ ਨਾ ਕਿਤੇ ਟਪਲਾ ਲੱਗ ਜਾਂਦਾ। ਜਦੋਂ ਤੁਸੀਂ ਵੇਖਦੇ ਹੋ ਨਾ ਆਪਣੇ ਦਾ ਉਦੈਪੁਰ ਸ਼ੈਲੀ ਹੈਗੀ ਹੈ, ਜਾਂ ਜੈਪੁਰ ਸ਼ੈਲੀ, ਜਾਂ ਜੋਧਪੁਰ ਸ਼ੈਲੀ ਹੈਗੀ, ਤਲਵਾਰਾਂ ਦੀ ਸ਼ੈਲੀ, ਉਹਦੇ ਤੇ ਬਾਗ ਖੁਣੇ ਹੁੰਦੇ ਨੇ ਉਹਨਾਂ ਦੇ ਮੁੱਠਿਆਂ ਦੇ ਉੱਪਰ, ਜਾਂ ਉਹਨਾਂ ਦੇ ਉੱਪਰ ਉਹਨਾਂ ਦੇ ਜਿਹੜੇ ਹੈਗੇ ਨਾ ਜੰਗਲ ਖੁਣੇ ਹੁੰਦੇ ਨੇ ਮੁੱਠਿਆਂ ਦੇ ਉੱਪਰ, ਉਹਨਾਂ ਦੇ ਉੱਪਰ। ਉਹਨੂੰ ਜ਼ਰੂਰ ਅਸੀਂ ਇਸ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ, ਪਰ ਇੱਥੇ ਪੰਜਾਬੀ ਸੱਭਿਆਚਾਰ ਦੇ ਅੰਤਰਗਤ ਨਹੀਂ ਆ ਸਕਦੀ ਇਹ ਚੀਜ਼। ਔਰ ਗਹਿਣਿਆਂ ਉੱਪਰ ਕਦੇ ਕਢਾਈ ਨਹੀਂ ਹੁੰਦੀ, ਉਹਦੀ ਖੁਣਾਈ ਹੁੰਦੀ ਉਹਦੇ ਤੇ ਖੁਣਿਆ ਜਾਂਦਾ ਹੈਗਾ ਗਹਿਣਿਆਂ ਦੇ ਉੱਪਰ। ਤੋ ਇਸ ਕਰਕੇ ਜਿਹੜਾ ਹੈਗਾ ਇਹ ਵੀ ਗਲਤ ਹੈਗਾ। ਤੋ ਲਾਸਟ ਵਾਲਾ ਜਿਹੜਾ ਹੈਗਾ ਸਾਡੇ ਕੋਲੇ ਆ ਜਾਂਦਾ ਕਢਾਈ ਵਾਲਾ ਸਿਰ ਦਾ ਕੱਪੜਾ। ਤੋ ਵਿਆਹ ਵੇਲੇ ਜਦੋਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਾ ਮੁੰਡੇ ਨੂੰ ਵਿਦਾਈ ਕੀਤੀ ਜਾਂਦੀ ਹੈਗੀ, ਉਦੋਂ ਵੀ ਉੱਪਰ ਇੱਕ ਫੁਲਕਾਰੀ ਨੂੰਮਾ ਕੱਪੜਾ ਤਾਣਿਆ ਜਾਂਦਾ। ਜੇ ਤਾਂ ਉਹਦੇ 'ਤੇ ਤਿਲ ਪੱਤਰਾ ਛੋਟਾ ਹੈਗਾ ਤੇ ਫਿਰ ਫੁਲਕਾਰੀ ਹੈ, ਜੇ ਉਹ ਗੰਭੀਰ ਹੈਗਾ, ਸੁੱਭਰ ਹੈਗਾ, ਤੇ ਫਿਰ ਉਹ ਬਾਗ ਹੈਗਾ। ਤੋ ਇਸ ਕਰਕੇ ਜਿਹੜਾ ਹੈਗਾ ਕਢਾਈ ਵਾਲਾ ਸਿਰ ਦਾ ਕੱਪੜਾ ਹੀ ਖਰੇ ਅਸੀਂ ਇਹਨੂੰ ਕਵਾਂਗੇ, ਜਿਹੜਾ ਸਿਰ ਦੇ ਉੱਪਰ ਲੈਣ ਵਾਲਾ ਸੂਹੇ ਰੰਗ ਦਾ ਕੱਪੜਾ ਹੁੰਦਾ, ਉਹਨੂੰ ਬਾਗ ਕਿਹਾ ਜਾਂਦਾ ਹੈਗਾ। ਨੈਕਸਟ ਹੈ ਗੋਖੜੂ ਗਹਿਣਾ ਹੈ। ਇਹਦਾ ਨਾਂ ਗੋਖੜੂ ਆ, ਸਹੀ ਥੋੜਾ ਜਿਹਾ ਗੋਖੜੂ ਇੱਥੇ ਆਏਗਾ। ਆਹ ਗੋਖੜੂ ਗਹਿਣਾ ਹੈ। ਉਹ ਪੁੱਛਦਾ ਹੈ ਕਾਹਦਾ ਗਹਿਣਾ ਹੈ, ਗਲ ਦਾ ਗਹਿਣਾ ਹੈ, ਕੰਨਾਂ ਦਾ ਗਹਿਣਾ ਹੈ, ਮੱਥੇ ਦਾ ਗਹਿਣਾ ਹੈ, ਬਾਹਾਂ ਦਾ ਗਹਿਣਾ ਹੈ। ਤੋ ਗੋਖੜੂ ਜਿਹੜਾ ਹੁੰਦਾ ਹੈਗਾ ਉਹ ਬਾਹਾਂ ਦੇ ਵਿੱਚ ਪਾਉਣ ਵਾਲੇ ਗਜਰਿਆਂ ਨੂੰ ਆਖਿਆ ਜਾਂਦਾ ਹੈਗਾ। ਬਾਹਾਂ ਦੇ ਵਿੱਚ ਪਾਉਣ ਵਾਲੇ ਮੋਟੇ ਮੋਟੇ ਗਜਰੇ ਹੁੰਦੇ ਨੇ, ਸੋਨੇ ਦੇ ਵੀ ਹੋ ਸਕਦੇ ਨੇ, ਚਾਂਦੀ ਦੇ ਵੀ ਹੋ ਸਕਦੇ ਨੇ। ਤੋ ਇਸ ਕਰਕੇ ਸਾਡਾ ਜਿਹੜਾ ਆਨਸਰ ਆਏਗਾ ਉੱਥੇ ਡੀ ਆਏਗਾ, ਬਾਹਾਂ ਦੇ ਵਿੱਚ ਪਾਉਣ ਵਾਲਾ ਜਿਹੜਾ ਗਹਿਣਾ ਹੁੰਦਾ। ਗਲ ਦੇ ਗਹਿਣੇ ਜਿਹੜੇ ਹੁੰਦੇ ਨੇ ਉਹ ਹੁੰਦਾ ਹੈਗਾ ਤੱਗਾ, ਹਮੇਲ, ਬੁਗਤੀ, ਕੈਂਠਾ, ਜੰਜੀਰੀ, ਇਹ ਸਾਰੇ ਗਲ ਦੇ ਗਹਿਣੇ ਨੇ। ਹਾਰ, ਮੱਥੇ ਦਾ ਗਹਿਣਾ ਜਿਹੜਾ ਹੈਗਾ ਉਹ ਹੈ ਟਿੱਕਾ। ਕੰਨਾਂ ਦਾ ਗਹਿਣਾ ਜਿਹੜਾ ਹੈਗਾ ਵਾਲੀਆਂ, ਪਿੱਪਲ ਪੱਤੀਆਂ, ਫਿਰ ਉਸ ਤੋਂ ਬਾਅਦ ਦੇ ਵਿੱਚ ਬੁੰਦੇ, ਕਾਂਟੇ, ਮੁਰਕੀਆਂ, ਇਹ ਕੰਨਾਂ ਦੇ ਗਹਿਣੇ ਨੇ। ਤੋ ਜਿਹੜਾ ਗੋਖੜੂ ਹੈਗਾ, ਗਜਰਾ ਹੈਗਾ, ਇਹ ਹੈਗੇ ਨੇ ਬਾਹਾਂ ਦੇ ਗਹਿਣੇ ਹੈਗੇ ਨੇ। ਨੈਕਸਟ ਸਾਡਾ ਹੈਗਾ ਮਾਘੀ ਕਦੋਂ ਹੁੰਦੀ ਹੈ। ਤੋ ਮਾਘੀ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਦੋਂ ਹੁੰਦੀ ਹੈਗੀ ਆ। ਮਾਘੀ ਕਿਹੜੇ ਮਹੀਨੇ ਨਾਲ ਸੰਬੰਧਿਤ ਹੈ? ਸੰਸਕ੍ਰਿਤ ਦੇ ਵਿੱਚ ਇਸ ਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ। ਮਕਰ ਮਹੀਨੇ ਦੀ ਸੰਕ੍ਰਾਂਤੀ ਹੈਗੀ, ਜਿਹੜੀ ਸੰਗਰਾਂਦ ਦਾ ਪਹਿਲਾ ਪ੍ਰਥਮ ਦਿਨ
तो पुछदा हैगा लोहड़ी तो पहला दिन, ये गलत हैगा, लोहड़ी तो पहला दिन नहीं हुंदा। उस तो बाद कहता हैगा लोहड़ी तो अगले दिन, ये हैगा जिहड़ा सही हैगा साडा आंसर, लोहड़ी तो अगले दिन हुंदी है। लोहड़ी तो 2 दिन पहला नहीं, गलत है। लोहड़ी तो 2 दिन मगरों, ये भी गलत है। लोहड़ी तो नैक्सट डे, जिवें अज दी रात लोहड़ी है तो सवेर जिहड़ी आऊगी वो माघी दी आएगी। पानी वार बन्ने दिए माए गीत किस समय गाया जाता है? तो ये गीत कदों गाया जाता हैगा? तो ये 4 ऑप्शनां ने, साडे कोले जिहड़ी सही ऑप्शन आएगी वो हैगी आ डी। इत्थे टपला नहीं खाना हैगा जन वापस आउण समय। तो जन कई बार तो यह हो जाता है, मन के चलो कि जे किसी का रौला पै गया जी, विआह ही ना होया, जन तो वापस आऊगी ना, तो माँ फिर एवें सुक्के अंबरी पानी वारी जाऊगी। तो डोली आउण समय जदों घरे डोली आऊगी, जो डोली आऊगी लाड़ा ते लाड़ी आउणगे उदों ही ये गीत गाया जाऊगा। तो इसदा आंसर जिहड़ा तुसीं ये नहीं कहना कि जन वापस आउण समय, कई हालातां दे विच कोई कई बार खुदा ना खासता इहो ਜਿਹੇ ਕਾਰਨ हो जाते कि ਵਿਆਹ हो ही नहीं पाउंदा हैगा। बहुत वारी अज तुसीं देख सकते हो सोशल मीडिया ते इहो ਜਿਹੇ ਕੰਮ ਚੱਲਦੇ ਹੈਗੇ ना। तो जन तो हुण वापस आऊगी तो माँ फिर कल्ले लाड़े दे उपर दी थोड़ी पानी वारूगी, जे डोली आऊगी तो दोवां दे उपर पानी वारिया जाऊगा। इहदा सही करैक्ट आंसर जिहड़ा हैगा वो आएगा जी डोली आउण समय। तुसीं इहनूं टिक करना है, ना जंज चढ़न समय है, ना जंज पहुंचण समय है, ते ना जंज वापस आउण समय हैगा। नैक्सट है घोड़ी गीत गाया जाता है। 4 ऑप्शनां ने, भरजाई वल्लों नहीं, ये भी गलत है जी। पतीस वल्लों ये भी गलत है। पतीस जिहड़ी हुंदी हैगी है मूल रूप दे विच ये हुंदी हैगी आ सस दी दराणी जां जठाणी, घर वाले दी चाची जां घर वाली दी चाची ताई नूं पतीस आख्या जांदा हैगा। भैण वल्लों ये साडा सही आंसर, ये करैक्ट हैगा। मासी वल्लों भी नहीं गाया जाता। तो घोड़ी का जिहड़ा गीत हैगा वो भैण वल्लों गाया जाता हैगा। पंजाबी पहरावे ते प्रभावशाली असर है। हुण 4 साडे कोले ऑप्शनस ने हिंदू मत दा कि असीं जिहड़े पंजाबी पहरावे दे विच धोती जां अपना धोती कुर्ता पाउने आ, जे पाउने आ, जां अद्धा शरीर उपरों नंगा रखदे आ, जां तिलक लाउने आ, जां जनेऊ सिख लोग पंजाबी लोग ज़्यादा गल दे विच पाउंदे ने। जे तां पाउंदे ने फिर तां प्रभाव होना चाहिए, तो जे नहीं यह चीज़ करते तो फिर जिहड़ा हैगा हिंदू मत का प्रभाव साडे पहरावे ते नहीं हैगा। इस करके जिहड़ा आंसर यह गलत हैगा। कश्मीरी प्रभाव भी नहीं हैगा। सिख मत का जिहड़ा हैगा प्रभाव है, सिख मत का प्रभाव ग्रहण किया, पर किहदे राहीं ग्रहण किया हैगा? वो किया है इस्लाम दे राहीं। प्रभाव जिहड़ा हैगा वो पंजाबी पहरावे ते इस्लाम दा है। कुर्ता, क्योंकि जिहड़ा सिख धर्म हैगा ना, सिख धर्म ने बहुत सारिया चीज़ों को इस्लाम कोलों अडॉप्ट किया हैगा। मसलन जिवें पग, तो पग की प्रथा जिहड़ी हैगी वो इस्लाम दे विचों आई हैगी है सिख धर्म दे विच। सलवार कमीज, हुण देखो पंजेब, तो सारे जिन्हां दे नाम ही फारसी दे विच ने वो इस्लाम दे विचों ही आए ने, जिन्हां दे नाम ही सैमटिक लैंगुएज दे नाल संबंध रखते हैगे ने। तो इस करके साडे सिख धर्म अपने पंजाबी पहरावे ते ज़्यादा प्रभाव जिहड़ा हैगा वो इस्लाम दा है। इस्लामी कल्चर का सब तो ज़्यादा उहदे उत्ते इफैक्ट सानू दिखदा हैगा। इस करके साडा डी आंसर आएगा ठीक। हरिया नी माए हरिया भैणे भागी भरिया, ये की हैगा? तो ये कोले साडे कोले 4 ऑप्शनस ने। तो ये गीत जिहड़ा हैगा ये मुंडे दे विआह विच गाया जांदा। पहली गल तां मुंडे दे विआह विच जिहड़ा चीज़ मुंडे दे विआह विच गाई जावे उहनूं की कहा जांदा है? घोड़ी। क्योंकि हरिया इत्थे हरिया बंदे दा नाम है पार्टिकुलर, और बंदे दा जिहड़ा नाम हैगा उहदी सिफत कीती जांदी है। उहदी सिफत नूं जदों आ हरे दी सिफत, हरिया दी सिफत हो रही है ना, हरी होऊगा जां हरिया होऊगा, जो भी कुछ होऊगा इहदा नाम, इहदी सिफत कीती जा रही है इत्थे। तो इस करके जिहड़ी हैगी है जदों घरे लाड़े की सिफत की जा रही है, इट मीनस तो फिर वो जिहड़ा हैगा मुंडे वालियां दे घरे भी काज रचाया गया ना। तो इस करके ये मुंडे दे विआह विच गाया जाण वाला गीत है। तो मुंडे दे विआह विच गाए जाण वाले गीतां नूं असीं की कहने आ? घोड़ी। कुड़ी दे विआह विच गाए जाण वाले गीत की हुंदे ने? सुहाग। ते जंज ढुक्कण समय जिहड़ा हैगा वो की गाया जांदा है? सिੱਠਣੀ। ते मौत नाल संबंधित अलाउणी है तो मौत दे नाल संबंधित हैगे ने। तो
तो इस करके साडा जिहड़ा बी आंसर आएगा इत्थे ये एक घोड़ी है। नैक्सट आ गया हैगा विआह विच छंद किस नूं सुनाए जांदे ने। 4 ऑप्शनस ने इत्थे साडे कोल। तो छंद जिहड़ा हैगा जीजे वल्लों सुनाए जांदे ने। एक जिवें सिੱਠਣੀਆਂ ਹੁੰਦੀਆਂ ਹੈਗੀਆਂ ना उसे प्रकार दीयां मिठे नहोरे भरे गीत हुंदे ने जिहदे विच नहोरा हुंदा, व्यंग हुंदा, तनज हुंदी है, कटाक्ष हुंदी हैगी आ, उहदे नाल संबंधित गीत हुंदे ने। और ये लाड़े वल्लों अपणियां सालियां नूं सुनाए जांदे ने, अपनी घरवाली दीयां जो भैणां हुंदियां ने जां उहदियां कज़न हुंदियां ने उहनां नूं सुनाए जांदे ने। तो साडे कोल साडा आंसर जिहड़ा हैगा ओह बी आएगा इत्थे सालियां नूं। मर्दां दा गिद्धा किस इलाके नाल संबंधित है। तो मर्दां दा गिद्धा जिहड़ा नाच हैगा जां बाबियां दा गिद्धा भी इहनूं आख्या जांदा है जां मलवई गिद्धा भी आख्या जांदा है, तो वो जिहड़ा हैगा ओह मालवे नाल इह संबंधित हैगा। तो मर्दां दा गिद्धा जिहड़ा इह मालवे नाल हैगा। जे तुसीं गल करदे हो कई वार अपने दी जिवें लुड्डी है जां होर हैगा वो सांदलबार दे इलाके नाल संबंधित मर्दां दे लोक नाच हैगे ने। तो इस करके जिहड़ा मर्दां दा गिद्धा साडे कोले 4 ही डिवीजनां उहने दित्तियां हैगीਆਂ होण वाले पंजाब दे कंटैक्सट दे विच। तो मर्दां दा जिहड़ा नाच इत्थे ना तां दुआबे च नच्चिया जांदा, ना माझे च नच्चिया जांदा ते ना पुआध विच नच्चिया जांदा है। केवल मालवे विच मलवई गिद्धा जिहड़ा हैगा मर्दां वल्लों लोक नाच नच्चिया जांदा हैगा। तो साडा आंसर हैगा जिहड़ा ओह इह आएगा इत्थे। तुसीं इह करैक्ट जिहड़ा हैगा सही चूज करना हैगा। इन्हां विचों किहड़ा जुट लोक साजां दा है। हुण लोक साज जिहड़े हुंदे हैगे ने जो परंपरा रूप दे विच पीढ़ी दर पीढ़ी जिहड़े हैगे ने लोक जिहड़े गवंतरी हुंदे हैगे ने जां वो फनकार हुंदे ने जां कलाकार हुंदे ने उन्हां वल्लों जिन्हां दी वरतों कीती जांदी पीढ़ी दर पीढ़ी जिहड़ा एक समाज दे विच ही उन्हां दा विकास होया हुंदा हैगा। जिवें तुसीं गल करो कि रबाब जिहड़ा हैगा वो लोक साज है, पर है तो जरूर लोक साज रबाब जिहड़ा हैगा उहदी काढ़ जिहड़ी हैगी ईरान दे विच सिकंदर उल जुनैन ने कड्ढी सीगी, वो उत्थों दा लोक साज है। पर साडे बंदिआं ने उहनूं जिहड़ा साडे गुरु साहिबानां ने उहनूं जिहड़ा हैगा अडॉप्ट कर लिया, उन्हां ने उहनूं जिहड़ा हैगा स्वीकृति दे दित्ती, अपना लोक साज बना लिया। तो ये लोक साज हुंदे ने जिहड़े पुरातन समय तो चले तुरे आ रहे ने, पुरातन परंपरा दे रूप दे विच जिहड़ा हैगा एक रीत दे ट्रैडिशन दे रूप दे विच तुरे आ रहे ने, उन्हां नूं लोक साज कहिंदे ने। तो इत्थे जिहड़ा हैगा इहने अपना पुੱਛੇ हैगे ने साथों किहड़े किहड़े ने। ये कहंदा ढोल एक तारा घड़ा अलगोजा ते वंजली, फिर कहंदा रबाब डफली काटो ढड्ड सरंगी अलगोजा। तो घड़ा वंजली डफली काटो रबाब, तो टल्लियां झांजरा हारमोनीयम खूंडा गागर। हुण विडंबना इत्थे इस क्वेश्चन दे विच की हैगी आ कि इहने लोक साजां दा जुट पुੱਛਿਆ सही भी सही जुट जिहड़ा हैगा वो किहड़ा हैगा इन्हां दे विच्चों कि लोक साज जिहड़े हैगे वो किहड़े किहड़े ने। तो इत्थे साडा जिहड़ा सही करैक्ट आंसर आएगा जी वो आएगा ए ढोल एक तारा घड़ा अलगोजा ते वंजली, जिहड़े लोक साजां दा इह सही एक जुट हैगा वा। सभ्याचार विच परिवर्तन तेजी नाल हुंदा है, संभव नहीं, हौली हौली हुंदा है, जां कोई भी कहंदा ठीक नहीं हैगा। तो सभ्याचार विच जिहड़ा परिवर्तन हुंदा हैगा उहदे विच चेंज हुंदी हैगी, उहदी जिहड़ी ट्रांसफॉर्मेशन हुंदी हैगी, जिहड़ा उहदे च रूपांतरण हुंदा हैगा वो बड़ा ही धीरे धीरे आउंदा और तुसीं उहनूं समझ नहीं सकदे हैगे। इस करके जिहड़ा हैगा बड़ी तेजी नाल नहीं आउंदा, इक्के दिन दे विच दी सभ्याचार थोड़ी बदल जांदा हैगा। हौली 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 समां पा के सभ्याचार हौली हौली चेंज हुंदा 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 हैगा। इक्केदम कोई भी सभ्याचार जिहड़ा हैगा अख दे पलकरे दे नाल जां एक दिन विच दी जां 2 दिन विच दी वो चेंज नहीं हुंदा हुंदा। सभ्याचार नूं बदलण ते सदियां लग जांदियां ने, सभ्याचार दे विच परिवर्तन आउण ते सदियां दा समां लग जांदा, लंमा समां लग जांदा हैगा। तो इस करके जिहड़ा हैगा साडा आंसर जिहड़ा हैगा वो आएगा जी ਇਹ हौली हौली ਇਹਦੇ ਵਿੱਚ परिवर्तन आउंदा हैगा, बाकी ਜਿਹੜੇ ਹੈਗੇ ਨੇ ਉਹ ਗਲਤ ਹੈਗੇ ਨੇ। तो ਇਹ ਕੀ ਆਏਗਾ सी आएगा, ਸੱਭਿਆਚਾਰ ਵਿੱਚ ਜਿਹੜਾ परिवर्तन ਆਏਗਾ ਉਹ ਹੌਲੀ ਹੌਲੀ ਸਮਾਂ ਪਾ ਕੇ ਆਉਂਦਾ ਹੈਗਾ। ਭਾਸ਼ਾ ਹੈ, ਭਾਸ਼ਾ ਹੁਣ ਅਸੀਂ ਇੱਥੇ ਕੁਝ ਸਵਾਲ ਸਾਨੂੰ ਲਿੰਗੁਇਸਟਿਕਸ ਦੇ ਨਾਲ ਸੰਬੰਧਿਤ ਆਉਣਗੇ। ਉਹ ਪੁੱਛਦਾ ਕਿ ਭਾਸ਼ਾ ਕੀ ਹੈਗੀ ਆ, ਭਾਸ਼ਣ ਦੀ ਕਲਾ ਹੈ, ਸੰਚਾਰ ਮਾਧਿਅਮ ਹੈ, ਧੁਨੀ ਪ੍ਰਬੰਧ ਹੈ ਜਾਂ ਫਿਰ ਕੁਦਰਤੀ ਦਾਤ ਹੈ। तो ਇਹਨੂੰ ਛੱਡ ਕੇ ਭਾਸ਼ਾ ਦਾ ਸੰਬੰਧ ਸਾਰੇ ਨਾਲ ਹੀ ਹੈ ਇਹਨਾਂ ਨਾਲ। ਭਾਸ਼ਾ ਭਾਸ਼ਣ ਦੀ ਵੀ ਇੱਕ ਕਲਾ ਹੈ, ਭਾਸ਼ਾ ਸੰਚਾਰ ਦਾ
ਵੀ ਹੈ ਤੇ ਭਾਸ਼ਾ ਧੁਨੀ ਦਾ ਪ੍ਰਬੰਧ ਵੀ ਹੈਗਾ। ਪਰ ਮੂਲ ਕਿਹੜੀ ਹੈਗੀ ਇਹਨਾਂ ਦੇ ਵਿੱਚੋਂ, ਪ੍ਰਥਮ ਕਿਹੜੀ ਹੈਗੀ ਆ, ਪ੍ਰਾਇਮਰੀ ਕਿਹੜੀ ਹੈਗੀ ਆ ਭਾਸ਼ਾ ਦੀ ਵਿਸ਼ੇਸ਼ਤਾ ਜਿਹੜੀ ਹੈਗੀ ਆ, ਅਸੀਂ ਉਹ ਇੱਥੇ ਚੂਜ਼ ਕਰਨੀ ਹੈਗੀ ਆ। ਕੁਦਰਤ ਦੀ ਦਾਤ ਤਾਂ ਭਾਸ਼ਾ ਹੁੰਦੀ ਨਹੀਂ, ਇਹ ਤਾਂ ਗੱਲ ਤੁਸੀਂ ਬਸ ਠੰਡੇ ਬਸਤੇ ਸਿੱਟ ਦਿਓ ਕਿ ਜਿਹੜੀ ਭਾਸ਼ਾ ਕਿਸੇ ਕੁਦਰਤ ਦੀ ਦਾਤ ਹੁੰਦੀ ਹੈ। ਨਹੀਂ, ਇਹ ਝੂਠ ਆ। ਭਾਸ਼ਾ ਤੁਹਾਡੇ ਸਮਾਜ ਦੀ ਦਾਤ ਹੈਗੀ ਆ। ਜੇ ਕੁਦਰਤ ਦੀ ਦਾਤ ਹੁੰਦੀ ਤਾਂ ਤੁਹਾਨੂੰ ਵੀ ਅੰਗਰੇਜ਼ੀ ਉਸ ਲੈਵਲ ਦੀ ਆਉਂਦੀ ਹੁੰਦੀ, ਸਾਡੇ ਬੱਚਿਆਂ ਨੂੰ ਵੀ ਜਿਹੜੀ ਲੈਵਲ ਦੀ ਇੱਕ ਅਮਰੀਕਾ ਦੇ ਜਾਂ ਇੰਗਲੈਂਡ ਦੇ ਲੋਕ ਬੋਲਦੇ ਨੇ। ਅਰਬੀ ਸਾਨੂੰ ਵੀ ਉਸ ਲੈਵਲ ਦੀ ਆਉਂਦੀ ਹੁੰਦੀ ਜਿਹੜੀ ਅਰਬ ਦੇ ਲੋਕ ਬੋਲਦੇ ਨੇ, ਬੱਦੂ ਲੋਕ ਬੋਲਦੇ ਨੇ। ਫਾਰਸੀ ਸਾਨੂੰ ਵੀ ਉਸ ਲੈਵਲ ਦੀ ਆਉਂਦੀ ਹੁੰਦੀ ਜਿਹੜੀ ਈਰਾਨ ਦੇ ਲੋਕ ਬੋਲਦੇ ਨੇ। ਤੋ ਇਸ ਕਰਕੇ ਜੇ ਕਿਉਂਕਿ ਕੁਦਰਤ ਨੇ ਹਰੇਕ ਮਨੁੱਖ ਨੂੰ ਜਿਹੜਾ ਹੈਗਾ ਖਾਣਾ ਇੱਕੋ ਜਿਹਾ ਬਖਸ਼ਿਸ਼ ਕੀਤਾ ਹੈਗਾ, ਉਹਦੇ ਹੱਥ ਪੈਰ ਇੱਕੋ ਜਿਹੇ ਨੇ, ਉਹਦੇ 'ਚ ਬਲੱਡ ਦੀ ਜਿਹੜੀ ਕੁਆਂਟੀਟੀ ਉਨੀ ਹੁੰਦੀ ਹੈਗੀ, ਉਹਦੇ ਸਰੀਰ ਦੇ ਅੰਗ ਦੂਜੇ ਉਨੇ ਹੁੰਦੇ ਹੈਗੇ ਨੇ, ਉਹਦੀਆਂ ਕਿਰਿਆਵਾਂ ਇੱਕੋ ਹੁੰਦੀਆਂ ਹੈਗੀਆਂ ਨੇ। ਭਾਵੇਂ ਉਹ ਜੀ ਕੀਨੀਆ ਦਾ ਹੈ, ਭਾਵੇਂ ਰੋਮਾਨੀਆ ਦਾ ਹੈ, ਭਾਵੇਂ ਜਾਰਡਨ ਦਾ ਹੈ, ਭਾਵੇਂ ਸੁਡਾਨ ਦਾ ਹੈ, ਭਾਵੇਂ ਅਰਬੀ ਹੈ, ਭਾਵੇਂ ਅਫਰੀਕਨ ਹੈ, ਕੋਈ ਵੀ ਹੈਗਾ, ਸਾਰਿਆਂ ਦੇ ਵਿੱਚ ਵੀ ਹਰੇਕ ਮਾਨਵੀ ਕਿਰਿਆਵਾਂ ਕੁਦਰਤ ਨੇ ਇੱਕੋ ਜਿਹੀਆਂ ਦਿੱਤੀਆਂ ਨੇ। ਤੋ ਇਸ ਕਰਕੇ ਜਿਹੜਾ ਹੈਗਾ ਭਾਸ਼ਾ ਜੇ ਕੁਦਰਤ ਨੇ ਭਾਸ਼ਾ ਦਿੱਤੀ ਹੁੰਦੀ ਤਾਂ ਫਿਰ ਸਾਰਿਆਂ ਦੀ ਭਾਸ਼ਾ ਇੱਕੋ ਜਿਹੀ ਹੋਣੀ ਸੀਗੀ। 30,000 3,000 4,000 ਦੇ ਗੇੜ ਜਿਹੜੀਆਂ ਲੈਂਗੁਏਜ ਹੈਗੀਆਂ ਨੇ, ਸੱਭਿਅਕ ਲੈਂਗੁਏਜ ਹੈਗੀਆਂ ਨੇ, ਸੱਭਿਅਕ ਬੋਲੀਆਂ ਜਾਂਦੀਆਂ ਭਾਸ਼ਾਵਾਂ ਨੇ, ਫਿਰ ਉਹ ਇੱਕ ਹੋਣੀ ਸੀਗੀ ਭਾਸ਼ਾ ਲੋਕਾਂ ਦੀ। ਇਸ ਕਰਕੇ ਭਾਸ਼ਾ ਜਿਹੜੀ ਹੈਗੀ ਆ ਉਹ ਸਮਾਜ ਦੀ ਦਾਤ ਹੈ, ਕੁਦਰਤ ਦੀ ਦਾਤ ਨਹੀਂ ਹੈਗੀ, ਇਹ ਗਲਤ ਹੈ। ਤੋ ਇਹਨਾਂ ਵਿੱਚੋਂ ਜਿਹੜਾ ਹੈਗਾ ਪ੍ਰਥਮ ਕੀ ਹੈਗਾ, ਭਾਸ਼ਾ ਦਾ ਪਹਿਲਾ ਕੰਮ ਕਿਹੜਾ ਹੈਗਾ, ਦੂਜੇ ਕੰਮ ਸੈਕੰਡਰੀ ਨੇ। ਭਾਸ਼ਾ ਦਾ ਪਹਿਲਾ ਕੰਮ ਹੈਗਾ ਉਹ ਸੰਚਾਰ ਦਾ ਮਾਧਿਅਮ ਹੈਗੀ ਹੈ। ਇੱਥੇ ਸਾਡਾ ਸਹੀ ਅਸੀਂ ਇਹਨਾਂ 'ਚੋਂ ਆਹ ਚੁਣਨਾ ਹੈ ਕਿ ਭਾਸ਼ਾ ਸੰਚਾਰ ਦਾ ਮਾਧਿਅਮ ਹੈਗਾ। ਭਾਸ਼ਾ ਦੇ ਨਾਲ ਤੁਸੀਂ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹੋ, ਕਿਉਂਕਿ ਭਾਸ਼ਾ ਹੀ ਇੱਕ ਅਜਿਹੀ ਕੁਦਰਤ ਦੀ ਦਾਤ ਹੈਗੀ ਹੈ ਜਿਹੜੀ ਤੁਹਾਨੂੰ ਹੈਵਾਨੀ ਖਸਲਤਾਂ ਤੋਂ ਕਾਮਿਲ ਇਨਸਾਨ ਬਣਾਉਂਦੀ ਹੈਗੀ ਹੈ, ਪਸ਼ੂ ਬਿਰਤੀਆਂ ਤੋਂ ਅੱਡਰਾ ਕਰ ਦਿੰਦੀ ਹੈ। ਤੋ ਇਹਦੇ ਨਾਲ ਤੁਸੀਂ ਆਪਣਾ ਸੰਚਾਰ ਕਰਦੇ ਹੋ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹੈਗੇ ਹੋ। ਤੋ ਇੱਥੇ ਸਾਡਾ ਜਿਹੜਾ ਆਨਸਰ ਉਹ ਬੀ ਆਏਗਾ। ਨੈਕਸਟ ਹੈਗਾ ਸਾਡਾ ਪੰਜਾਬੀ ਵਰਣਮਾਲਾ ਵਿੱਚ ਵਿਅੰਜਨ ਹਨ। ਤੋ ਵਿਅੰਜਨ ਜਿਹੜੇ ਹੈਗੇ ਨੇ ਪੰਜਾਬੀ ਵਿੱਚ ਊੜਾ, ਆੜਾ, ਈੜੀ, ਇਹ 3 ਸਵਰਵਾਹਕ ਨੇ। ਕੀ ਨੇ? ਸਵਰਵਾਹਕ। ਮਾਤਰਾ ਦੇ ਆਧਾਰ ਦੇ ਉੱਪਰ ਇਹ 10 ਪ੍ਰਕਾਰ ਦੇ ਹੁੰਦੇ ਨੇ ਔਰ ਸੱਸਾ ਤੋਂ ਲੈ ਕੇ ਅੜਾੜਾ ਤੱਕ ਪੰਜਾਬੀ ਦੇ ਵਿੱਚ ਜਿਹੜੇ ਹੈਗੇ ਨੇ ਉਹ ਸਾਰੇ ਵਿਅੰਜਨ ਹੈਗੇ ਨੇ। ਵਿਅੰਜਨ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਕੌਨਸੋਨੈਂਟਸ ਔਰ ਸਵਰ ਨੂੰ ਕਹਿੰਦੇ ਨੇ ਵੋਵਲਸ। ਤੋ ਪੰਜਾਬੀ ਵਿੱਚ ਜਿਹੜੀ ਟੋਟਲ ਇਹਨਾਂ ਦੀ ਗਿਣਤੀ ਹੈਗੀ, ਇਹਨਾਂ ਵਿੱਚੋਂ ਕੁਝ ਕੁ ਤਾਂ ਸੁਰ ਨੇ ਔਰ ਕੁਝ ਕੁ ਇਹਨਾਂ ਵਿੱਚੋਂ ਸੈਮੀ ਵੋਵਲਸ ਵੀ ਨੇ, ਜਿਵੇਂ ਯਈਆ, ਵਾਵਾ ਆਦਿ। ਤੋ ਟੋਟਲ ਇਹਨਾਂ ਦੀ ਜਿਹੜੀ ਗਿਣਤੀ ਹੈਗੀ ਆ, ਸਹੀ ਕਾਊਂਟਿੰਗ ਜਿਹੜੀ ਹੈਗੀ ਆ ਉਹ 29 ਹੈਗੀ ਹੈ ਪੰਜਾਬੀ ਦੇ ਵਿੱਚ। ਵਿਅੰਜਨ ਧੁਨੀਆਂ ਦੀ ਜਿਹੜੀ ਗਿਣਤੀ ਆ ਉਹ 29 ਹੈਗੀ ਆ। ਤਾਂ ਤੁਸੀਂ 29 ਇੱਥੇ ਸਹੀ ਕਰਨਾ ਹੈਗਾ। ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ। ਹੁਣ ਮੈਂ ਇਹ 2 ਸਵਾਲ ਪਹਿਲਾਂ ਹੀ ਦੱਸ ਕੇ ਹਟਿਆ ਹੈਗਾ ਕਿ ਭਾਸ਼ਾ ਤੁਸੀਂ ਜਿਹੜੀ ਹੈਗੀ ਕਿੱਥੋਂ ਗ੍ਰਹਿਣ ਕਰਦੇ ਹੋ। ਭਾਸ਼ਾ ਤੁਸੀਂ ਆਪਣੇ ਸਮਾਜ ਵਿੱਚੋਂ ਗ੍ਰਹਿਣ ਕਰਦੇ ਹੋ। ਜਿੱਥੇ ਜਿਹੋ ਜਿਹੇ ਸਮਾਜ ਵਿੱਚ ਤੁਸੀਂ ਰਹਿੰਦੇ ਹੋ, ਜਿਉਂਦੇ ਹੋ, ਖਾਂਦੇ ਪੀਂਦੇ ਹੋ, ਆਪਦੇ ਮਾਪਿਆਂ ਨਾਲ, ਪਰਿਵਾਰ ਨਾਲ, ਸਹਿਕਰਮੀਆਂ ਨਾਲ, ਸਹਿਪਾਠੀਆਂ ਨਾਲ ਵਿਚਰਦੇ ਹੋ, ਤੁਸੀਂ ਉਹਨਾਂ ਦੀ ਭਾਸ਼ਾ ਦੇ ਵਿੱਚ ਪ੍ਰਵੀਣ ਹੁੰਦੇ ਹੋ ਅਤੇ ਤੁਸੀਂ ਆਪਣੇ ਸੰਬੰਧਿਤ ਸਮਾਜ ਦੇ ਕੋਲੋਂ ਭਾਸ਼ਾ ਸਿੱਖਦੇ ਹੋ, ਨਾ ਕਿ ਕਿਸੇ ਸਕੂਲ ਕੋਲੋਂ, ਕਿਉਂਕਿ ਸਕੂਲ ਹੈਗਾ ਜਿਹੜਾ ਉਹ ਵੀ ਇੱਕ ਸਮਾਜ ਦਾ ਹੀ ਪਾਰਟ ਹੈਗਾ। ਤੋ ਭਾਸ਼ਾ ਜਿਹੜੀ ਸਮਾਜ 'ਚੋਂ ਸਿੱਖੀ ਜਾਂਦੀ ਆ, ਉਹਦੇ ਨਿਯਮਾਂ ਦਾ ਅਧਿਐਨ ਜਿਹੜਾ ਹੈਗਾ ਬੇਸ਼ੱਕ ਤੁਸੀਂ ਸਕੂਲ 'ਚੋਂ ਕਰਦੇ ਹੋਵੋਗੇ, ਗ੍ਰਾਮਰ ਨੂੰ ਸਕੂਲ 'ਚੋਂ ਸਿੱਖਦੇ ਹੋਵੋਗੇ, ਪਰ ਭਾਸ਼ਾ ਦੀ ਬੁਨਿਆਦੀ ਜਿਹੜੀ ਤੁਹਾਡੀ ਪਕੜ ਹੈਗੀ ਭਾਸ਼ਾ ਦੇ ਉੱਪਰ, ਉਹ ਤੁਹਾਡੇ ਸਮਾਜ ਦੇ ਵਿੱਚੋਂ ਆਉਂਦੀ ਹੈਗੀ ਆ। ਤੋ ਇਸ ਕਰਕੇ ਸਾਡਾ ਜਿਹੜਾ ਪਹਿਲਾ ਆਨਸਰ ਉਹ ਕਰੈਕਟ ਆਏਗਾ ਜੀ, ਏ। ਪੰਜਾਬੀ ਭਾਸ਼ਾ ਵਿੱਚ ਸਵਰ ਧੁਨੀਆਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਕਿੰਨੀ ਹੈ? ਉਹ ਕਹਿੰਦਾ ਹੈ ਸਾਡੇ ਕੋਲ ਇੱਥੇ ਜਿਹੜੇ ਹੈਗੇ ਨੇ 4 ਆਪਸ਼ਨ ਨੇ। ਸਹੀ ਸਾਡਾ ਕਰੈਕਟ ਆਨਸਰ ਹੈਗਾ ਜਿਹੜਾ ਉਹ 10 ਹੈ। ਇੱਕ ਗੱਲ ਧਿਆਨ ਇਹ ਰੱਖਣੀ ਹੈਗੀ ਆ, ਕਈ ਵਾਰ ਇੱਥੇ ਜੇ ਉਹ 3 ਪਾ ਦਿੰਦਾ, ਤੁਸੀਂ 3 ਤੇ ਨਹੀਂ ਟਿਕ ਕਰਨਾ ਹੈਗਾ। ਜੇ ਉਹ ਪੁੱਛਦਾ ਪੰਜਾਬੀ 'ਚ ਸਵਰ ਕਿੰਨੇ ਨੇ, ਮੂਲ ਸਵਰ ਕਿੰਨੇ ਨੇ ਜਾਂ ਸਵਰ ਵਾਹਕ ਕਿੰਨੇ ਨੇ, ਫਿਰ ਤੁਸੀਂ 3 ਤੇ ਲਾਓ ਨਿਸ਼ਾਨੀ, ਕਿਉਂਕਿ ਪੰਜਾਬੀ ਦੇ ਵਿੱਚ ਊੜਾ, ਐੜਾ ਤੇ ਈੜੀ ਇਹ 3 ਮੂਲ ਸਵਰ ਨੇ ਜਾਂ ਸਵਰ ਵਾਹਕ ਨੇ। ਪਰ ਜਦੋਂ ਮਾਤਰਾ ਦੀ ਗੱਲ ਆਉਂਦੀ ਹੈ, ਸਵਰਾਂ ਦੀ ਗੱਲ ਆਉਂਦੀ ਹੈ, ਤੇ ਪੰਜਾਬੀ ਦੇ ਵਿੱਚ ਜਿਹੜਾ ਹੈਗਾ ਆ, ਏ, ਓ, ਊ, ਓ, ਐ, ਓ, ਆ,
ए ते ई आ ਜਿਹੜੇ 10 ਸਵਰ ਨੇ ਮਾਤਰਾ ਦੇ ਆਧਾਰ ਦੇ ਉੱਪਰ। ਜਦੋਂ ਅਸੀਂ ਮਾਤਰਾ ਦੀ ਗੱਲ ਕਰਦੇ ਆਂ ਤੇ ਇਹਦੇ ਆਧਾਰ ਦੇ ਉੱਪਰ ਪੰਜਾਬੀ ਵਿੱਚ 10 ਸਵਰ ਬਣਦੇ ਨੇ। ਇੱਥੇ ਉਹਨੇ ਸਵਰ ਧੁਨੀਆਂ ਹੀ ਪੁੱਛੀਆਂ ਸਾਡੇ ਕੋਲੋਂ, ਇਸ ਕਰਕੇ ਅਸੀਂ ਇਹ 10 ਦੱਸਣੀਆਂ ਆ ਜਿਹੜੀਆਂ 10 ਨੇ। ਤੋ ਇਹਨਾਂ ਵਿੱਚੋਂ ਜਿਹੜੀਆਂ ਹੈਗੀਆਂ ਨੇ ਪਹਿਲੀਆਂ 3 ਮੈਂ ਦੱਸੀਆਂ ਹੈਗੀਆਂ ਨੇ, ਇਹਨਾਂ ਨੂੰ ਕਹਿੰਦੇ ਨੇ ਸ਼ਾਰਟ ਵੋਵਲਸ ਜਾਂ ਲਘੂ ਸਵਰ ਆ ਏ ਓ। ਤੇ ਬਾਕੀ ਦੀਆਂ ਜਿਹੜੀਆਂ 7 ਰਹਿ ਗਈਆਂ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਦੀਰਘ। ਕਈ ਵਾਰ ਤੁਹਾਨੂੰ ਸਵਾਲ ਇਹ ਵੀ ਆ ਜਾਂਦਾ ਪੰਜਾਬੀ ਵਿੱਚ ਲਘੂ ਕਿੰਨੇ ਨੇ ਤੇ ਦੀਰਘ ਕਿੰਨੇ ਨੇ, ਫਿਰ ਤੁਸੀਂ ਦੱਸਣਾ ਹੈਗਾ ਪੰਜਾਬੀ ਵਿੱਚ ਜੀ ਜਿਹੜੇ ਲਘੂ ਨੇ ਉਹ 3 ਨੇ ਤੇ ਜਿਹੜੇ ਦੀਰਘ ਨੇ ਉਹ ਕੁੱਲ 7 ਸਵਰ ਨੇ। ਇਸ ਕਰਕੇ ਇਹਨਾਂ ਦੀ ਗਿਣਤੀ ਇੰਨੀ ਹੈਗੀ ਆ ਪੰਜਾਬੀ ਦੇ ਵਿੱਚ, ਪੰਜਾਬੀ ਧੁਨੀ ਵਿਉਂਤ ਦੇ ਅਨੁਸਾਰ। ਕਿਹੜਾ ਸ਼ਬਦ ਨਾਮ ਅਤੇ ਕਿਰਿਆ ਦੋਨੇ ਹੈ? ਭਾਵ ਕੀ ਹੈ ਵੀ ਉਹ ਨਾਮ ਵੀ ਹੈ ਤੇ ਕਿਰਿਆ ਵੀ ਇੱਕੋ ਹੈ ਗਈ ਹੈ। ਹੁਣ ਕਰਨਾ ਕਿਰਿਆ ਹੈ, ਨਾਮ ਨਹੀਂ ਨਾ, ਗਲਤ ਹੈ। ਵੇਖਣਾ ਕਿਰਿਆ ਹੈ, ਨਾਮ ਨਹੀਂ। ਪੜ੍ਹਨਾ ਵੀ ਕਿਰਿਆ ਹੈ। ਤਾਂ ਘੋਟਣਾ ਰਹਿ ਗਿਆ ਲਾਸਟ ਦੇ ਉੱਪਰ। ਹੁਣ ਘੋਟਣਾ ਕਿਸੇ ਚੀਜ਼ ਨੂੰ ਕਿਰਿਆ ਹੈ ਤੇ ਜਿਸ ਚੀਜ਼ ਨਾਲ ਘੋਟਿਆ ਜਾਂਦਾ ਹੈ, ਇੱਕ ਲੱਕੜ ਦਾ ਡੰਡਾ ਜਿਹਾ ਹੁੰਦਾ ਹੈਗਾ, ਸਾਰਿਆਂ ਦੇ ਘਰਾਂ ਦੇ ਵਿੱਚ ਆਪਣੇ ਅਕਸਰ ਹੁੰਦਾ ਹੈਗਾ, ਤੋ ਉਹਨੂੰ ਜਿਹੜਾ ਹੈਗਾ ਘੋਟਣਾ, ਉਹਦਾ ਨਾਮ ਹੀ ਘੋਟਣਾ ਹੈਗਾ, ਨਾਉਨ ਵੀ ਘੋਟਣਾ ਹੈ। ਜਿਵੇਂ ਆ ਇੱਕ ਲੱਕੜ ਦਾ ਡੰਡਾ ਜਿਹਾ, ਜਿਹੜੀ ਇਹਦੇ ਨਾਲ ਕਿਰਿਆ ਕੀਤੀ ਜਾਊਗੀ ਉਹ ਵੀ ਘੋਟਣਾ ਹੈ। ਕਿਸੇ ਚੀਜ਼ ਨੂੰ ਰਗੜਨਾ, ਘੋਟਣਾ। ਤਾਂ ਜਿਸ ਚੀਜ਼ ਨਾਲ ਉਹਨੂੰ ਉਹ ਕਿਰਿਆ ਹੋ ਰਹੀ ਹੈ ਉਹਦਾ ਨਾਂ ਵੀ ਉਹੀ ਕਿਰਿਆ ਨਾਲ ਸੰਬੰਧਿਤ ਕਿਰਿਆ ਵਾਲਾ ਹੀ ਹੈ, ਘੋਟਣਾ ਹੈ। तो इस करके साडा आंसर जिहड़ा आएगा वो डी आएगा। जिन्ना शब्दां दा कोई अर्थ निकलदा होवे उन्हां नूं आख्या जांदा हैगा। तो बड़ा स्पष्ट जिहा सवाल हैगा। जिन्हां दा कोई अर्थ हुंदा है, जिन्हां दा कोई अपना अर्थ हुंदा हैगा, जिन्हां दा कोई मायना हुंदा हैगा, जिन्हां दी कोई रेलीवेंसी हुंदी हैगी, उन्हां नूं असीं कहने आ सार्थिक शब्द। इस करके साडा जिहड़ा बी आएगा आंसर। जिन्हां दा कोई मायना ही नहीं है वो हुंदे ने निरार्थक। ते आ दोने शब्द बोध ते अर्थ बोध ते वखरियां ही टर्मां ने, इन्हां दा लैण देण ही नहीं हैगा कोई इस चीज़ दे नाल। इस करके जिहड़ा हैगा वो सार्थिक शब्द आउणगे उत्थे। नैक्सट हैगा साडा वो शब्द जो किसी जीव वस्तु जां स्थान लई वरत्या जांदा है उसनूं कहिंदे ने की आख्या जांदा, उसनूं नाम शब्द आख्या जाता है। जो किसी के नाम वास्ते वरत्या जाता है। किरिया हुंदी है जिस तो कारज का जिहड़ा जदों कारज किया जाए, जो कारजकर्ता द्वारा कारज किया जाए उसनूं किरिया आख्या जाता है। तो विशेषण हुंदा है जिहड़ा किरिया की विशेषता नूं जाहिर करता हैगा। पड़नाम वो हुंदा है जिहड़ा नाम जां पड़नाम के स्थान ते वरत्या जाता हैगा। नाम शब्दां के स्थान ते वरत्या जाता, उहनूं पड़नाम आख्या जाता हैगा। प्रनाउन कहंदे ने अंग्रेजी दे विच। नैक्सट है समानार्थक शब्द दसो उमंग दा। तो उमंग दा जिहड़ा समानार्थक शब्द हैगा, तो उमंग मूल रूप दे विच ना तो शलाघा है, शलाघा हुंदी उस्तुति, अधूरा दा लैण देण ही नहीं हैगा कोई। तो अगे एक तांग है, तांग हुंदी किसी चीज़ नूं प्राप्त करन दी जिहड़ी हैगी है कोशिश, एफर्ट, ये भी नहीं है। तो उमंग दा आएगा जी तरंग। उमंग दा अर्थ हुंदा है तरंग नाल। जो तरंग है, उमंग है मन दे विच जिहड़ी तरंगता दी अवस्था हैगी। वाक नूं पढ़न वेले कई थां रुकना पैंदा है। अजिहे थां स्थान ते किस दी वरतों कीती जांदी है। हुण तुसीं इहदे विच ही वेख लो। हुण इहने की कीता हैगा, एक जदों क्वेश्चन तुहानूं पुट कीता हैगा वो कित्थे रुकिया है, असीं देखीए ना इस ढंग नाल भी उहने अपनी गल कित्थे पूरी कर दित्ती, पूरी करके रुक गया। हो कित्थे कि जे पूरी हुंदी हैगी उहदी गल, जे ध्यान नाल देखीए। देखो वाक नूं पढ़न वेले कई थां रुकना पैंदा है। रुक गए ना असीं, उत्थे रुक गए, है दे उपर जाके रुक गए। आंसर ते दे विच ही लुकिया पिया हैगा। जिथे रुकना पैंदा उस स्थान ते किस दी वरतों कीती जांदी है। हुण वाक दे विच असीं कित्थे रुके हैगे आ, है ते है दे कोले काहदी वरतों कीती गई हैगी है इत्थे, कौमे दी। तो फिर साडा आंसर की आऊगा। हालांकि हर वारी यही नहीं कि इहो जिहा विच ही क्वेश्चन दे जिहड़ा उत्तर पिया हुंदा हैगा। तो जदों असीं किसी गल नूं पूर्ण कई थां रुक जाने आ ना, जदों रुक जाने आ जिथे रोक आ जांदी है उत्थे कौमा वरत्या जांदा हैगा। जे उत्थे योजक नहीं तुसीं लाया हैगा जां तुसीं उत्थे संबंधक नहीं लगाया जांदा,
ਕਈ ਕਾਰਨਾਂ ਕਰਕੇ, ਤਾਂ ਉੱਥੇ ਫਿਰ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈਗੀ ਆ, ਜਿਹੜਾ ਗ੍ਰਾਮੈਟੀਕਲ ਸਾਈਨ ਹੈਗਾ ਵਾ। तो इस करके उत्थे असीं कॉमा वरतते हैं। साडा सही आंसर इत्थे की आएगा बी, कॉमा। कॉमा वेखो इउं करके लाया जाता है जिथे खड़ोत की जाती है। तो किसी वाक विच कारज करन वाले नूं कहा जाता है। हुण वाक विच जिहड़ा बंदा कारज करता है करदा हैगा, हुण वाक तीन तरह, वाक दे जिहड़े तीन भाग हुंदे ने। पंजाबी वाक दी सीक्वेंस है करता, कर्म, किरिया। हुण राम रोटी खांदा है, राम रोटी खांदा है, खांदा है। हुण की है, राम हैगा जो कारज करन वाला है, तो रोटी की है कर्म है, तो खाना की है किरिया है, तो है की है सहायक किरिया हैगी है। तो राम रोटी खांदा है, तो राम इत्थे की आऊगा वाक दा करता, तो राम कारज की कर रहा, राम कारज कर रहा है। तो सवाल साथों की पूछा हैगा कि वाक विच कारज करन वाले नूं की कहिंदे ने, फिर की कहांगे असीं, की आंसर आएगा साडा इत्थे करता, जो वाक विच कारज करदा हैगा। कारज द्वारा कर्म की जिहड़ा हैगा ओह कीता जांदा है और कर्म की पूर्ति की जाती किरिया द्वारा। तो इत्थे साडा आंसर जिहड़ा हैगा ओह ए आएगा। विरोधी शब्द दसो सुगंध दा। सुगंध दा अर्थ हुंदा हैगा महक आउणी किसी चीज़ की, फ्रैगरेंस। तो सुगंध दा विरोधी की आऊगा, भुख। नो, महक तो उहदा पर्याय ही है, इक्को ही शब्द ने दोने, सुगंध भी उही हुंदी है, महक भी उही हुंदी है, हुमक भी उही हुंदी है। तो ये भी गलत आएगा। कली, ये भी गलत आएगा। सुगंध दा की आएगा जी, दुर्गंध, दुर्गंध, बदबू, बुरी बुरी प्रकार की हुमक आउणी, अजीब प्रकार की हुला हुल्लड़ भरी हुलास भरी हुमक आउणी, तो उसनूं की कहांगे दुर्गंध। सुगंध दा आएगा दुर्गंध। नैक्सट है योजक ला के वाक मुकम्मल करो। जे तुहाडी चिट्ठी ना जांदी डैश मैनू फेरा पैना सी। इत्थे फिर की आउणा हैगा साडा, किहड़ा संबंध इत्थे योजक आएगा जी। इत्थे इत्थे असीं की भरांगे, जेकर तुहाडी चिट्ठी ना जांदी तां मैनू फेरा पैना सी। साडा सही आंसर जिहड़ा हैगा इत्थे सी आएगा। इत्थे असीं करांगे तां मैनू आउणा पैना सी। किरिया मुकम्मल करो। बच्चे विहड़े विच डैश हन। हुण बच्चे विहड़े विच खेडदे डैश हन, इत्थे की आऊगा, खेडदे रहे हन, गलत है। खेडदे जांदे हन, गलत है। खेडदे नहीं हन, गलत है। तो इहदे च किरिया की आऊगी, उहने किरिया पुछी हैगी मुकम्मल करनी, इत्थे आऊगा साडा बी, खेडदे पए हन। बच्चे विहड़े विच खेडदे पए हन। सो इस प्रकार कुल मिला के साडी इस अपने दी लैक्चर दे विच, इस ऑनलाइन क्लास दे विच असीं इत्थे इन्ने क सवाल ही अज हल करांगे। तो मैनूं आस है कि तुहानूं इस इन्हां दी अच्छी तरह नाल समझ आ गई होगी। ये जस्ट एक प्रकार दा तुहानूं ना सिखाउण दा एक जरिया हैगा कि तुसीं सवाल नूं किवें हल करना हैगा, सवाल नूं किस ढंग नाल हल करना हैगा। तो ध्यान नाल ढंग नाल पढ़ के उहनूं ठीक तरह नाल, बहुती काली नहीं करनी, आसानी नाल उहनूं पढ़ो, आराम नाल पढ़ो, पढ़ के उहदा सही आंसर लभण दा यतन करो, क्योंकि आंसर उहदे विच ही पिया हुंदा हैगा। सो मैनूं आस है कि तुसीं इस क्लास तो, साडी जमात तो, इस साडे विख्यान तो जरूर लाहेवंद होंदे होवोगे। तो अगली छेती ही अगली क्लास दे विच फिर मिलदे हां। तद तक लई धन्नवाद।